resonance in RLC series circuit. For occurrence of resonance in any system, two energy storage elements are required. ਦੋ એનર્ਜੀ ਸਟੋਰੇਜ ਐਲੀਮੈਂਟ ਸਾਨੂੰ ਚਾਹੀਦੇ ਆ, ਇੰਡਕਟਰ ਤੇ ਕੈਪੈਸਿਟਰ ਉਹ ਹੋਣੇ ਚਾਹੀਦੇ ਆ ਟੂ ਸਟੋਰ ਦਾ એનર્ਜੀ ਇਨ ਦਾ ਫਾਰਮ ਆਫ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ। ਜਿਹੜਾ ਕੈਪੈਸਿਟਰ ਹੈ ਇਲੈਕਟ੍ਰਿਕ ਫੀਲਡ ਦੀ ਫਾਰਮ ਦੇ ਵਿੱਚ, ਤੇ ਜਿਹੜਾ ਇੰਡਕਟਰ ਹੈਗੀ ਹੈ ਮੈਗਨੈਟਿਕ ਫੀਲਡ ਦੀ ਫਾਰਮ ਦੇ ਵਿੱਚ એનર્ਜੀ ਨੂੰ ਸਟੋਰ ਕਰਦਾ। ਇਸ ਕਰਕੇ ਸਾਨੂੰ ਟੂ એનર્ਜੀ ਸਟੋਰੇਜ ਐਲੀਮੈਂਟ L ਐਂਡ C ਆਰ ਰਿਕੁਆਇਰਡ। ਤੇ ਜੇ ਅਸੀਂ RLC ਸਰਕਟ ਦੀ ਗੱਲ ਕਰੀਏ, ਇਹ ਤੁਹਾਡੀ ਰੈਜ਼ਿਸਟੈਂਸ ਹੋ ਗਈ, ਇਹ ਇੰਡਕਟਰ ਹੋ ਗਿਆ, ਇਹ ਕੈਪੈਸਿਟਰ ਹੋ ਗਿਆ, ਠੀਕ ਹੈ। ਇੱਥੇ ਅਸੀਂ ਵੋਲਟੇਜ ਅਪਲਾਈ ਕੀਤੀ ਹੈ V = VM sin omega t, ਠੀਕ ਹੈ। ਤਾਂ ਇਹਦੇ ਚੋਂ ਕਰੰਟ ਫਲੋ ਕਰੇਗਾ I, ਕੁਛ ਕੀ ਹੈ ਕਰੰਟ ਇਹਦੇ ਕ੍ਰਾਸ ਚਲੇ ਜਾਏਗਾ, ਵੋਲਟੇਜ ਇਹਦੇ ਕ੍ਰਾਸ ਚਲੀ ਜਾਏਗੀ, ਉਹ ਹੈਗੀ VR। ਜਿਹੜੀ ਇਹਦੇ ਕ੍ਰਾਸ ਵੋਲਟੇਜ ਚਲੀ ਜਾਏਗੀ ਉਹ ਹੈਗੀ VL। ਜਿਹੜੀ ਇਹਦੇ ਕ੍ਰਾਸ ਵੋਲਟੇਜ ਹੋਏਗੀ ਉਹ ਕੀ ਹੋਏਗੀ VC, ਠੀਕ ਹੈ। ਆਹ ਰਜਿਸਟੈਂਸ ਹੈ, ਇਹ ਇੰਡਕਟਰ ਹੈ ਤੇ ਇਹ ਕੈਪੈਸਿਟਰ ਹੈ। ਤੇ ਸਾਨੂੰ ਪਤਾ ਹੈ ਰਜਿਸਟੈਂਸ ਦੇ ਵਿੱਚ ਜਿਹੜਾ ਕਰੰਟ ਹੈ ਤੇ ਵੋਲਟੇਜ ਹੈ ਦੋਨੇ ਕੀ ਹੁੰਦੇ ਆ ਸੇਮ ਫੇਜ਼ ਦੇ ਵਿੱਚ ਹੁੰਦੇ ਆ। ਤੇ ਇੰਡਕਟਰ ਦੇ ਵਿੱਚ ਕੀ ਹੁੰਦਾ, ਮੰਨ ਲਓ ਇਹ ਤੁਹਾਡਾ ਕਰੰਟ ਹੈ ਤਾਂ ਵੋਲਟੇਜ ਕੀ ਕਰਦੀ ਹੁੰਦੀ ਹੈ ਲੀਡ ਕਰਦੀ ਹੈ ਬਾਏ 90 ਡਿਗਰੀ, ਇਹ ਤੁਹਾਡੀ VL ਹੋਊਗੀ, ਠੀਕ ਹੈ। ਕੈਪੈਸਿਟਰ ਦੇ ਵਿੱਚ ਮੰਨ ਲਓ ਇਹ ਤੁਹਾਡਾ ਕਰੰਟ ਹੈ, ਵੋਲਟੇਜ ਕੀ ਕਰਦੀ ਹੁੰਦੀ ਹੈ ਲੈਗ ਕਰਦੀ ਹੁੰਦੀ ਹੈ ਬਾਏ 90 ਡਿਗਰੀ, ਇਹ ਤੁਹਾਡੀ ਹੋਗੀ VC ਵੋਲਟੇਜ, ਠੀਕ ਹੈ। ਰੈਜ਼ੋਨੈਂਸ ਅਕਰ ਕਰਨ ਲਈ ਤੁਹਾਡਾ VL ਕਿਹਦੇ ਬਰਾਬਰ ਹੋਣਾ ਚਾਹੀਦਾ VC ਦੇ। ਕੰਡੀਸ਼ਨ ਕੀ ਹੈ, ਕੰਡੀਸ਼ਨ ਫਾਰ ਰੈਜ਼ੋਨੈਂਸ VL ਕਿਹਦੇ ਬਰਾਬਰ ਹੋਣਾ ਚਾਹੀਦਾ VC ਦੇ। VL ਸ਼ੁੱਡ ਬੀ ਮਸਟ ਬੀ ਇਕੁਅਲ ਟੂ VC। ਤੇ ਜੇ ਅਸੀਂ ਇਹਨੂੰ ਡਰਾ ਕਰੀਏ ਇੱਥੇ, ਆਹ ਤੁਹਾਡੀ ਹੋਗੀ VR, ਇਹ ਹੋ ਗਿਆ ਤੁਹਾਡਾ VL ਤੇ ਇਹ ਹੋ ਗਿਆ ਤੁਹਾਡਾ VC। VL ਤੇ VC ਇੱਕ ਦੂਜੇ ਨੂੰ ਕੀ ਹੈ ਕੈਂਸਲ ਕਰ ਦੇਣਗੇ, ਕਿਉਂਕਿ ਸੇਮ ਹੈ, ਇਕੁਅਲ ਇਨ ਮੈਗਨੀਚਿਊਡ ਐਂਡ ਆਊਟ ਆਫ ਫੇਜ਼, ਦੇ ਵਿਲ ਕੈਂਸਲ ਟੂ ਈਚ ਅਦਰ। ਤਾਂ ਰਿਜ਼ਲਟੈਂਟ ਵੋਲਟੇਜ ਕੀ ਰਹਿ ਜੂਗੀ ਤੁਹਾਡੀ VR। VR ਕਿਹਦੇ ਬਰਾਬਰ ਹੋ ਜੂਗੀ V ਦੇ, ਤੇ ਰਿਜ਼ਲਟੈਂਟ ਕਰੰਟ ਹੈਗਾ ਤੁਹਾਡਾ I। ਤਾਂ ਫਾਰ ਦਾ ਰੈਜ਼ੋਨੈਂਸ ਟੂ ਅਕਰ, ਸੋਰਸ ਕਰੰਟ ਤੇ ਸੋਰਸ ਵੋਲਟੇਜ ਹੈ ਦੋਨੇ ਕਾਹਦੇ 'ਚ ਹੋਣੇ ਚਾਹੀਦੇ ਆ ਇਨ ਫੇਜ਼ ਹੋਣੇ ਚਾਹੀਦੇ ਆ। ਦਾ ਸਰਕਟ is said to be in resonance when source current and voltage are in ਫੇਜ਼। ਸੋਰਸ ਕਰੰਟ ਤੇ ਵੋਲਟੇਜ ਕਾਹਦੇ 'ਚ ਹੋਣ ਫੇਜ਼ ਦੇ ਹੋਣ, ਤੇ ਇਮੈਜਨਰੀ ਕੰਪੋਨੈਂਟ ਆਫ ਇੰਪੀਡੈਂਸ ਕਿੰਨਾ ਹੋਵੇ 0 ਹੋਵੇ। ਸੋ VL ਕਿਹਦੇ ਬਰਾਬਰ ਹੋ ਗਿਆ VC ਦੇ, ਰੈਜ਼ੋਨੈਂਸ ਟੂ ਅਕਰ ਦੇ। VL ਕਿਹਦੇ ਬਰਾਬਰ ਹੁੰਦਾ IXL ਮਸਟ ਬੀ ਇਕੁਅਲ ਟੂ IXC, ਮੀਨਸ XL ਮਸਟ ਬੀ ਇਕੁਅਲ ਟੂ XC। XL ਕਿਹਦੇ ਬਰਾਬਰ ਹੋਣਾ ਚਾਹੀਦਾ XC ਦੇ ਹੋਣਾ ਚਾਹੀਦਾ। XL ਦੀ ਥਾਂ ਤੇ ਅਸੀਂ ਲਿਖ ਸਕਦੇ ਓਮੇਗਾ R ਇੰਟੂ L, XC ਦੀ ਥਾਂ ਤੇ ਲਿਖ ਦਿੰਦੇ ਹਾਂ 1/ω ਇੰਟੂ C, ਠੀਕ ਹੈ। ਓਮੇਗਾ R ਇੱਥੇ ਚਲਾ ਗਿਆ, ਓਮੇਗਾ R ਸਕੇਅਰ ਕਾਹਦੇ ਬਰਾਬਰ ਆ ਗਿਆ 1/LC। ਤਾਂ ਤੁਹਾਡਾ ਓਮੇਗਾ R ਇਜ਼ ਇਕਲ ਟੂ ਆ ਗਿਆ 1/√LC। ਓਮੇਗਾ R ਦੀ ਥਾਂ ਤੇ ਕੀ ਕਰਦੇ ਹੋ 2πFR ਇਜ਼ ਇਕਲ ਟੂ 1/LC ਦਾ ਰੂਟ। ਤਾਂ ਰੈਜ਼ੋਨੈਂਟ ਫਰੀਕੁਐਂਸੀ ਕਾਹਦੇ ਬਰਾਬਰ ਆ ਗਈ 1/2πLC ਦਾ ਕੀ ਆ ਗਈ ਰੂਟ ਆ ਗਈ। ਦਿਸ ਫਰੀਕੁਐਂਸੀ ਇਜ਼ ਕਾਲਡ ਰੈਜ਼ੋਨੈਂਟ ਫਰੀਕੁਐਂਸੀ।
So for the resonance to occur, VL must be equal to VC। ਤੇ ਜਿਹੜੀ ਰਿਜ਼ਲਟੈਂਟ ਵੋਲਟੇਜ ਹੈ ਤੇ ਇੰਪੀਡੈਂਸ ਦਾ ਜਿਹੜਾ ਇਮੈਜਨਰੀ ਪਾਰਟ ਕਿੰਨਾ ਹੋਊਗਾ, ਇੰਪੀਡੈਂਸ ਹੁੰਦੀ ਹੈ R ਪਲਸ J ਟਾਈਮਜ਼ XL ਮਾਈਨਸ XC। ਠੀਕ ਹੈ, ਇਮੈਜਨਰੀ ਪਾਰਟ ਇੰਪੀਡੈਂਸ ਦਾ ਕੀ ਹੋਣਾ ਚਾਹੀਦਾ, 0 ਹੋਣਾ ਚਾਹੀਦਾ, ਕਿਉਂਕਿ XL ਕਿਹਦੇ ਬਰਾਬਰ, ਤਾਂ ਇੰਪੀਡੈਂਸ ਕਿਹਦੇ ਬਰਾਬਰ ਹੋ ਜਾਏਗੀ, Z ਇਜ਼ ਇਕਲ ਟੂ ਕਿਹਦੇ ਬਰਾਬਰ ਹੋ ਜਾਏਗੀ, R ਦੀ ਹੋ ਜਾਏਗੀ। ਇੰਪੀਡੈਂਸ ਇਜ਼ ਇਕਲ ਟੂ Z ਇਜ਼ ਇਕਲ ਟੂ R ਦੀ। ਤੇ ਜਿਹੜੀ ਵੋਲਟੇਜ ਹੈ V ਕਿਹਦੇ ਬਰਾਬਰ ਹੋ ਜੂ, ਰਿਜ਼ਲਟੈਂਟ ਵੋਲਟੇਜ VR ਇਜ਼ ਇਕਲ ਟੂ ਕਿਹਦੇ ਬਰਾਬਰ ਹੋਏਗੀ, IR ਦੀ ਹੋ ਜਾਏਗੀ। ਠੀਕ ਹੈ, ਜਿਵੇਂ ਜਿਵੇਂ XL ਕਿਹਦੇ ਬਰਾਬਰ ਹੈ, ਓਮੇਗਾ R ਇੰਟੂ L, ਤੇ XC ਕਾਹਦੇ ਬਰਾਬਰ ਹੁੰਦਾ, 1 ਓਮੇਗਾ R ਇੰਟੂ C। ਜਿਵੇਂ ਜਿਵੇਂ ਓਮੇਗਾ R ਇਨਕਰੀਜ਼ ਕਰਦਾ ਹੈ ਤਾਂ XL ਦੀ ਵੈਲਿਊ ਕੀ ਹੈ, ਇਨਕਰੀਜ਼ ਕਰਦੀ ਹੈ, ਤੇ XC ਦੀ ਵੈਲਿਊ ਕੀ ਹੈ, ਡਿਕਰੀਜ਼ ਕਰਦੀ ਹੈ। ਇੱਕ ਇਹ ਜਿਹੀ ਫਰੀਕੁਐਂਸੀ ਜਿਹਦੇ ਉੱਤੇ XL ਕਿਹਦੇ ਬਰਾਬਰ ਹੋ ਜੇ, XC ਦੇ ਬਰਾਬਰ ਹੋ ਜੇ, ਉਸ ਫਰੀਕੁਐਂਸੀ ਨੂੰ ਕੀ ਕਹਿੰਦੇ ਆ, ਰੈਜ਼ੋਨੈਂਟ ਫਰੀਕੁਐਂਸੀ। The frequency at which XL becomes equal to XC is called resonant frequency। At resonant frequency, ਕਰੰਟ ਕੀ ਹੋ ਜਾਂਦਾ ਤੁਹਾਡਾ, ਮੈਕਸਿਮਮ ਹੋ ਜਾਂਦਾ, I will be equal to I maximum। ਠੀਕ ਹੈ, ਕਰੰਟ ਬਿਕਮਸ ਮੈਕਸਿਮਮ ਵੈਲਿਊ ਆਫ ਕਰੰਟ ਕਿੰਨੀ ਹੋ ਜਾਏਗੀ, I max ਕਾਹਦੇ ਬਰਾਬਰ ਹੋ ਜਾਊਗੀ, ਵੋਲਟੇਜ ਬਾਏ ਇੰਪੀਡੈਂਸ, ਅਪਲਾਈਡ ਵੋਲਟੇਜ ਬਾਏ ਟੋਟਲ ਇੰਪੀਡੈਂਸ। ਅਪਲਾਈਡ ਵੋਲਟੇਜ ਹੈਗੀ V, ਇੰਪੀਡੈਂਸ ਕਿਹਦੇ ਬਰਾਬਰ ਹੁੰਦੀ ਹੈ, R ਦੇ ਬਰਾਬਰ ਹੁੰਦੀ ਹੈ। ਨੈਕਸਟ ਟਰਮ ਆ ਜਾਂਦੀ ਇਹਦੇ 'ਚ ਬੈਂਡ ਵਿਡਥ। ਜੇਕਰ ਅਸੀਂ I ਤੇ ਓਮੇਗਾ ਦੇ ਵਿੱਚ ਗ੍ਰਾਫ ਡਰਾ ਕਰੀਏ, ਇਸ ਤਰ੍ਹਾਂ ਦਾ ਗ੍ਰਾਫ ਆਉਂਦਾ, ਇਹ ਕਰੰਟ ਕੀ ਹੈ, ਇਨਕਰੀਜ਼ ਹੁੰਦਾ, ਇੱਕ ਫਰੀਕੁਐਂਸੀ ਤੇ ਜਾ ਕੇ ਮੈਕਸਿਮਮ ਹੋ ਜਾਂਦਾ, ਫਿਰ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਤਾਂ ਜਿਹੜੀ ਫਰੀਕੁਐਂਸੀ ਤੇ ਜਾ ਕੇ ਕਰੰਟ ਮੈਕਸਿਮਮ ਹੋ ਜਾਂਦਾ, ਉਸ ਫਰੀਕੁਐਂਸੀ ਨੂੰ ਕੀ ਕਹਿੰਦੇ ਅਸੀਂ, ਰੈਜ਼ੋਨੈਂਟ ਫਰੀਕੁਐਂਸੀ। ਦਾ ਫਰੀਕੁਐਂਸੀ ਐਟ ਵਿਚ ਕਰੰਟ ਬਿਕਮਸ ਮੈਕਸਿਮਮ ਇਜ਼ ਕਾਲਡ ਰੈਜ਼ੋਨੈਂਟ ਫਰੀਕੁਐਂਸੀ। ਇਸ ਰੈਜ਼ੋਨੈਂਟ ਫਰੀਕੁਐਂਸੀ ਤੋਂ ਪਹਿਲਾਂ ਜੇ ਇੱਥੇ ਲੋਅਰ ਵੱਲ ਜਾਂਦੇ ਆ, ਇੱਥੇ ਜਾ ਕੇ ਤੁਹਾਡਾ ਕਰੰਟ ਹੋ ਜਾਂਦਾ 0.707 ਆਫ ਇਟਸ ਮੈਕਸਿਮਮ ਵੈਲਿਊ, 0.707 ਆਫ ਇਟਸ ਮੈਕਸਿਮਮ ਵੈਲਿਊ। ਠੀਕ ਹੈ, ਇਸ ਤਰ੍ਹਾਂ ਕਰਕੇ ਮੈਕਸਿਮਮ ਵੈਲਿਊ ਤੋਂ ਫਿਰ ਇੱਕ ਅੱਗੇ ਇਹ ਜਿਹਾ ਪੁਆਇੰਟ ਆਉਂਦਾ ਜਿੱਥੇ ਫੇਰ ਕਰੰਟ ਕੀ ਹੈ, ਮੈਕਸਿਮਮ ਤੋਂ ਘਟਦਾ ਜਾਂਦਾ, ਇੱਥੇ ਵੀ ਜਾ ਕੇ 0.707 ਹੋ ਜਾਂਦਾ। ਇਸ ਫਰੀਕੁਐਂਸੀ ਦੇ ਇਹਦੇ 0.707 ਦੇ ਜਿਹੜੇ ਕੋਰਸਪੋਂਡਿੰਗ ਫਰੀਕੁਐਂਸੀ ਆ ਉਹਨੂੰ ਕਹਿੰਦੇ ਲੋਅਰ ਕੱਟ ਆਫ ਫਰੀਕੁਐਂਸੀ। ਇਹਦੇ ਕੋਰਸਪੋਂਡਿੰਗ ਜਿਹੜੀ ਫਰੀਕੁਐਂਸੀ ਆ ਉਹਨੂੰ ਕੀ ਕਹਿੰਦੇ, ਹਾਇਰ ਕੱਟ ਆਫ ਫਰੀਕੁਐਂਸੀ, WH, ਹਾਇਰ ਕੱਟ ਆਫ ਫਰੀਕੁਐਂਸੀ। ਜਿੱਥੇ ਕਰੰਟ ਮੈਕਸਿਮਮ ਵੈਲਿਊ ਦਾ 70% ਬਣ ਜਾਂਦਾ ਉਹਨੂੰ ਕਹਿੰਦੇ ਲੋਅਰ ਕੱਟ ਆਫ ਫਰੀਕੁਐਂਸੀ। ਜਿੱਥੇ ਮੈਕਸਿਮਮ ਹੁੰਦਾ ਉਹਨੂੰ ਕਹਿੰਦੇ ਰੈਜ਼ੋਨੈਂਟ ਫਰੀਕੁਐਂਸੀ। ਮੈਕਸਿਮਮ ਤੋਂ ਬਾਅਦ ਡਿਕਰੀਜ਼ ਹੋਣਾ ਹੋ ਗਿਆ ਇੱਕ ਫਰੀਕੁਐਂਸੀ ਤੇ ਜਾ ਕੇ ਫਿਰ ਇਹ 70% ਬਣ ਗਿਆ, ਇਸ ਫਰੀਕੁਐਂਸੀ ਨੂੰ ਕੀ ਕਹਿੰਦੇ ਆ ਅਸੀਂ, ਹਾਇਰ ਕੱਟ ਆਫ ਫਰੀਕੁਐਂਸੀ। The difference between higher cut off frequency and lower cut off frequency is called bandwidth. So bandwidth is equal to difference between higher cut off frequency minus lower cut off frequency. ਇਹਨਾਂ ਦੋਹਾਂ ਦਾ ਡਿਫਰੈਂਸ ਹੈ, ਇਹਨੂੰ ਬੈਂਡਵਿਡਥ ਕਹਿੰਦੇ ਆ। ਸੋ ਬੈਂਡਵਿਡਥ ਇਟ ਇਜ਼ ਦਾ ਰੇਂਜ ਆਫ ਫਰੀਕੁਐਂਸੀ, ਇਹ ਕੀ ਹੈ, ਰੇਂਜ ਆਫ ਫਰੀਕੁਐਂਸੀ ਹੁੰਦੀ ਹੈ ਓਵਰ ਵਿਚ ਦਾ ਪਾਵਰ ਲੈਵਲ ਇਨ ਦਾ ਸਿਗਨਲ ਐਟ ਲੀਸਟ ਹਾਫ ਆਫ ਇਟਸ ਮੈਕਸਿਮਮ ਵੈਲਿਊ। ਜਿੱਥੇ ਪਾਵਰ ਲੈਵਲ 50% ਤੋਂ ਕੀ ਹੈ, ਜ਼ਿਆਦਾ ਹੋਣਾ ਚਾਹੀਦਾ, ਤਾਂ ਉਸ ਫਰੀਕੁਐਂਸੀ ਰੇਂਜ ਆਫ ਫਰੀਕੁਐਂਸੀ ਨੂੰ ਕੀ ਕਹਿੰਦੇ ਆ, ਬੈਂਡਵਿਡਥ ਕਹਿੰਦੇ ਆ। ਤੇ ਉੱਥੇ ਕਰੰਟ ਦੀ ਵੈਲਿਊ ਕੀ ਹੈ, ਕਰੰਟ ਲੈਵਲ ਦੀ ਵੈਲਿਊ ਕੀ ਹੈ, ਕਰੰਟ ਜਿਹੜਾ ਸਿਗਨਲ ਦੇ ਵਿੱਚ 70% ਤੋਂ ਜ਼ਿਆਦਾ ਹੋਣਾ ਚਾਹੀਦਾ, ਤੇ ਵੋਲਟੇਜ ਵੀ 70 ਤੋਂ ਜ਼ਿਆਦਾ ਹੋਣੀ ਚਾਹੀਦੀ, ਕਿਉਂਕਿ ਪਾਵਰ ਕਾਹਦੇ ਬਰਾਬਰ ਹੁੰਦੀ ਹੈ, I² R = 1/2। ਤਾਂ I² ਕਿਹਦੇ ਪ੍ਰਪੋਰਸ਼ਨਲ ਹੋ ਗਿਆ, 1/2। ਤਾਂ ਅਸੀਂ ਕਹਿ ਸਕਦੇ ਹਾਂ I = 1/√2। √2 ਕਿੰਨਾ ਹੁੰਦਾ, 0.707 ਆਫ ਮੈਕਸਿਮਮ ਵੈਲਿਊ।
ਸਿਮਿਲਰਲੀ ਵੋਲਟੇਜ ਦਾ ਇੱਕ ਫਾਰਮੂਲਾ ਹੋਰ ਹੁੰਦਾ V²/R, ਇਹਦੇ 1/2 ਦੇ ਮੈਕਸਿਮਮ ਵੈਲਿਊ ਦੇ, ਤਾਂ V² ਕਿਹਦੇ ਪ੍ਰਪੋਰਸ਼ਨਲ 1/2 ਦੇ, ਤੇ V = 1/√2 ਆਫ V max। ਸੋ ਵੋਲਟੇਜ ਆ ਜਾਏਗੀ 0.707 ਆਫ ਇਟਸ ਮੈਕਸਿਮਮ। ਜਿੱਥੇ ਵੋਲਟੇਜ 70% ਹੋ ਜੇ ਤੇ ਪਾਵਰ ਕੀ ਹੋ ਜੇ, ਅੱਧੀ ਤੋਂ ਜ਼ਿਆਦਾ ਹੋਵੇ, ਉਸ ਰੇਂਜ ਆਫ ਫ੍ਰੀਕੁਐਂਸੀ ਨੂੰ ਕੀ ਕਹਿੰਦੇ ਹਾਂ ਅਸੀਂ, ਬੈਂਡਵਿਡਥ ਕਹਿੰਦੇ ਹਾਂ। ਥੈਂਕ ਯੂ ਵੈਰੀ ਮਚ। ਆ ਜਾਂਦੀ ਇਹਦੇ ਚ ਕੁਆਲਿਟੀ ਫੈਕਟਰ। ਇਟ ਇਜ਼ ਡਿਫਾਈਨਡ ਐਜ਼ ਦਾ ਰੇਸ਼ੀਓ ਆਫ એનર્ਜੀ ਸਟੋਰਡ ਪਰ ਸਾਈਕਲ ਟੂ ਦਾ એનર્ਜੀ ਲੌਸਟ ਪਰ ਸਾਈਕਲ। ਇੱਕ ਸਾਈਕਲ ਦੇ ਵਿੱਚ ਜਿੰਨੀ એનર્ਜੀ ਸਟੋਰ ਹੋਗੀ ਡਿਵਾਈਡਡ ਬਾਏ ਇੱਕ ਸਾਈਕਲ ਦੇ ਵਿੱਚ ਜਿੰਨੀ એનર્ਜੀ ਲੌਸਟ ਹੋਗੀ, ਮੀਨਸ ਓਵਰਆਲ ਕੀ ਹੋ ਗਿਆ, ਵੋਲਟੇਜ ਜਾਂ ਪਾਵਰ ਕੀ ਹੈ, ਗੇਨ ਹੋ ਗਿਆ। that is called quality factor. It is defined as the ratio of energy stored per cycle to the energy lost per cycle. It is denoted by Q. Q is equal to 2 pi maximum energy stored per cycle divided by energy dissipated per cycle. ਇਹਨੂੰ ਅਸੀਂ ਵੋਲਟੇਜ ਐਂਪਲੀਫਿਕੇਸ਼ਨ ਵੀ ਕਹਿ ਦਿੰਦੇ ਆ। ਜਿਹੜਾ ਵੋਲਟੇਜ ਐਂਪਲੀਫਿਕੇਸ਼ਨ ਕੀ ਹੋਏਗੀ, ਵੋਲਟੇਜ ਐਂਪਲੀਫਿਕੇਸ਼ਨ ਇਹ ਹੋਏਗੀ ਤੁਹਾਡੀ VL/V ਔਰ VC/V, ਇਹ ਵੋਲਟੇਜ ਐਂਪਲੀਫਿਕੇਸ਼ਨ ਹੋਏਗੀ। ਇਹਦੀ ਵੈਲਿਊ ਜੇ ਕੱਢਣੀ ਅਸੀਂ, VL ਕਾਹਦੇ ਬਰਾਬਰ ਹੋਊਗਾ, I into XL ਐਟ ਰੈਜ਼ੋਨੈਂਟ ਫ੍ਰੀਕੁਐਂਸੀ। I ਕਾਹਦੇ ਬਰਾਬਰ ਹੋਊਗਾ, V/R। XL ਕਾਹਦੇ ਬਰਾਬਰ ਹੋਊਗਾ, ω/R into L। ਤਾਂ VL/V ਲੈ ਜਾਓ, ਨੀਚੇ ਲੈ ਜਾਓ, is equal to 1/R। ω/R ਦੀ ਥਾਂ ਤੇ ਕੀ ਕਰ ਦਿਓ, 2 pi FR into L। ਤਾਂ 1/R 2 pi FR ਦੀ ਵੈਲਿਊ ਭਰ ਦਿਓ, 1/2 pi LC ਦਾ ਰੂਟ into L। ਠੀਕ ਹੈ, ਇਹ ਹੋ ਗਿਆ 2 pi ਨਾਲ 2 pi ਕੈਂਸਲ ਹੋ ਗਿਆ, 1/R। L ਨੂੰ ਜਿਹੜਾ ਉੱਪਰ ਵਾਲਾ L ਹੈ ਉਹਨੂੰ ਲਿਖ ਲਓ √L into √L ਡਿਵਾਈਡਡ ਬਾਏ ਇਹਨੂੰ ਲਿਖ ਲਓ √L into √C। ਤਾਂ √L ਨਾਲ √L ਕੀ ਕੱਟ ਗਿਆ, ਤਾਂ VL/V ਬਰਾਬਰ ਕਾਹਦੇ ਆ ਗਿਆ, 1/R L/C। ਇਹਨੂੰ ਅਸੀਂ ਵੋਲਟੇਜ ਐਂਪਲੀਫਿਕੇਸ਼ਨ ਕਹਿ ਦਿੰਦੇ ਹਾਂ ਜਾਂ ਕੁਆਲਿਟੀ ਫੈਕਟਰ ਕਹਿ ਦਿੰਦੇ, Q ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਇਹ VC ਤੋਂ ਵੀ ਕੱਢਿਆ ਜਾ ਸਕਦਾ। VC ਕਾਹਦੇ ਬਰਾਬਰ ਹੁੰਦੀ ਹੈ, I into XC। I ਕਾਹਦੇ ਬਰਾਬਰ ਹੁੰਦਾ ਹੈ, ਰੈਜ਼ੋਨੈਂਟ ਫ੍ਰੀਕੁਐਂਸੀ ਤੇ V/R। XC ਕਾਹਦੇ ਬਰਾਬਰ ਹੁੰਦਾ, 1/ω/R into C। VC ਆ ਗਿਆ, ਤਾਂ VC ਦੇ ਨੀਚੇ ਲੈ ਜਾਓ V is equal to 1/R 1/ω/R ਦੀ ਵੈਲਿਊ ਭਰ ਦਿਓ, 2 pi FR into C। ਇਹ ਆ ਗਈ 1/R 1/2 pi FR ਦੀ ਵੈਲਿਊ ਭਰ ਦਿਓ। FR ਦੀ ਵੈਲਿਊ ਕਿੰਨੀ ਹੋਊਗੀ, 1/2 pi √LC into C। 2 pi ਨਾਲ 2 pi ਕੱਟ ਗਿਆ। ਠੀਕ ਹੈ, ਇਹ ਹੋ ਗਿਆ 1/R। ਆ LC ਕੀ ਹੈ, ਉੱਪਰ ਚਲਾ ਗਿਆ, √LC। ਨੀਚੇ ਕੀ ਹੈ, C। ਇਹ ਗਿਆ 1/R, ਇਹਨੂੰ ਲਿਖ ਲਓ √L into √C। ਇਹਨੂੰ C ਨੂੰ ਲਿਖ ਲਓ √C into √C। ਇੱਕ C ਨਾਲ C ਕੱਟ ਗਿਆ, ਤਾਂ VC/V ਕਾਹਦੇ ਬਰਾਬਰ ਆ ਗਿਆ, 1/R L/C ਦਾ ਰੂਟ। ਤਾਂ ਸਾਡਾ ਕੁਆਲਿਟੀ ਫੈਕਟਰ ਕਾਹਦੇ ਬਰਾਬਰ ਆ ਗਿਆ, Q is equal to 1/R L/C। ਕੁਆਲਿਟੀ ਫੈਕਟਰ ਕਿਹਦੇ ਬਰਾਬਰ ਸੀ, VL/V ਜਾਂ VC/V is equal to 1/R L/C ਦਾ ਰੂਟ। ਠੀਕ ਹੈ, ਜਿਹੜੀ ਰੈਜ਼ੋਨੈਂਟ ਫ੍ਰੀਕੁਐਂਸੀ ਸੀ ਤੁਹਾਡੀ FR ਕਾਹਦੇ ਬਰਾਬਰ ਸੀ, 1/2 pi LC ਦਾ ਰੂਟ। ਠੀਕ ਹੈ, ਤੇ ਜਿਹੜਾ
ਕੁਆਲਿਟੀ ਫੈਕਟਰ ਤੇ ਬੈਂਡਵਿਡਥ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੁੰਦਾ? ਜਿਹੜਾ ਕੁਆਲਿਟੀ ਫੈਕਟਰ ਹੁੰਦਾ Q = ਹੁੰਦਾ ਓਮੇਗਾ R ਬਾਈ ਬੈਂਡਵਿਡਥ। ਕੁਆਲਿਟੀ ਫੈਕਟਰ ਇਨਵਰਸਲੀ ਪ੍ਰੋਪੋਰਸ਼ਨਲ ਟੂ ਬੈਂਡਵਿਡਥ ਹੁੰਦਾ। ਜੇ ਬੈਂਡਵਿਡਥ ਇਨਕਰੀਜ਼ ਹੋ ਜਾਂਦੀ ਹੈ ਕੁਆਲਿਟੀ ਆਫ ਦਾ ਸਿਗਨਲ ਕੀ ਹੈ? ਡਿਕਰੀਜ਼ ਹੋ ਜਾਂਦੀ ਹੈ। ਜੇਕਰ ਬੈਂਡਵਿਡਥ ਡਿਕਰੀਜ਼ ਹੋ ਜਾਂਦੀ ਹੈ ਕੁਆਲਿਟੀ ਆਫ ਸਿਗਨਲ ਕੀ ਹੈ? ਇਨਕਰੀਜ਼ ਹੋ ਜਾਂਦੀ ਹੈ। ਤੇ ਇਹਦੇ ਨਾਲ ਤੁਹਾਡਾ ਇਹ ਓਵਰ ਹੋ ਗਿਆ। ਥੈਂਕ ਯੂ ਵੈਰੀ ਮੱਚ।